एहो जग सच्चै की है कोठड़ी, सच्चे का विचवास। इक ना हुक्म समाए लै, इक ना हुक्मे करे विनाश। कूड़ राजा कूड़ प्रजा कूड़ सब संसार, कूड़ मंडप कूड़ माड़ी कूड़ बैसणहार। सत श्री अकाल बाबा जी। ਇਹ ਦੋ ਪੰਕਤੀਆਂ ਜੋ ਉੱਪਰ ਸ਼ੇਅਰ ਕੀਤੀਆਂ ਨੇ, ਕਿਰਪਾ ਕਰਕੇ ਇਹਨਾਂ ਦਾ ਭਾਵ ਅਰਥ ਸਮਝਾਓ ਜੀ। ਆਪ ਜੀ ਦੀ ਕਿਰਪਾਲਤਾ ਹੋਵੇ। ਭੁੱਲ ਚੁੱਕ ਲਈ ਮਾਫੀ ਚਾਹੁੰਦਾ ਹਾਂ। ਕੋਟ ਕੋਟ ਪ੍ਰਣਾਮ ਬਾਬਾ ਜੀ। ਇਹ ਜੋ ਉੱਪਰ ਵਾਲੀਆਂ ਪੰਕਤੀਆਂ ਹਨ, ਇਹਨਾਂ ਦਾ ਭਾਵ ਅਰਥ ਤੁਸੀਂ ਸਮਝਣਾ ਚਾਹੁੰਦੇ ਹੋ, ਪਰ ਇਹਨਾਂ ਦਾ ਭਾਵ ਅਰਥ ਓਨਾ ਚਿਰ ਨਹੀਂ ਸਮਝ ਸਕਦੇ ਤੁਸੀਂ ਜਿੰਨਾ ਚਿਰ ਹੇਠਲੀਆਂ ਪੰਕਤੀਆਂ ਦਾ ਭਾਵ ਅਰਥ ਸਮਝਿਆ ਨਾ ਹੋਵੇ। ਇਹ ਗੱਲ ਖਿਆਲ ਵਿੱਚ ਲਿਓ ਥੋੜ੍ਹੀ ਜਿਹੀ। ਆਮ ਸਧਾਰਨਤਾ ਹੈ, ਲੋਕ ਉੱਪਰਲੀਆਂ ਪੰਕਤੀਆਂ ਦੇ ਭਾਵ ਅਰਥ ਜ਼ਿਆਦਾ ਸਮਝਣੇ ਪਸੰਦ ਕਰਦੇ ਹਨ। ਵੀ ਇਹ ਜਗ ਸੱਚੇ ਕੀ ਹੈ ਕੋਸ਼ੜੀ, ਸੱਚੇ ਕਾ ਵਿਚਵਾਸ। ਵੀ ਸੱਚ ਦਿਖਾਈ ਦੇਣ ਲੱਗ ਜਾਵੇ ਸਾਨੂੰ। ਭਾਵ ਅਰਥ ਇਸੇ ਕਰਕੇ ਸਮਝਣਾ ਹੈ ਨਾ, ਵੀ ਇਹ ਜਿਹੜਾ ਭਾਵ ਇਹ ਪਕੜ 'ਚ ਆ ਜਾਵੇ, ਸਾਨੂੰ ਸੱਚ ਦਿਖਾਈ ਦੇਣ ਲੱਗ ਜਾਵੇ। ਤੇ ਹੇਠਲੀਆਂ ਪੰਕਤੀਆਂ ਦਾ ਭਾਵ ਅਰਥ ਕੋਈ ਨਹੀਂ ਸਮਝਣਾ ਚਾਹੁੰਦਾ ਹੈ। ਤੇ ਮੈਂ ਜ਼ਿਆਦਾਤਰ ਹੇਠਲੀਆਂ ਪੰਕਤੀਆਂ ਨੂੰ ਉਪਯੋਗ ਕੀਤਾ ਹੈ, ਤੁਸੀਂ ਵਾਰ-ਵਾਰ ਸੁਣਿਆ ਹੋਵੇਗਾ ਰਿਕਾਰਡਿੰਗਾਂ ਵਿੱਚ। ਤੇ ਐਸਾ ਨਹੀਂ ਹੈ ਮੈਂ ਕਹਿ ਰਿਹਾ ਹਾਂ, ਜਿਹੜਾ ਵੀ ਜਾਗਿਆ ਹੋਇਆ ਹੈ ਉਹਨੇ ਹੀ ਜਾਣਿਆ ਹੈ, ਤੇ ਜਿਹਨੇ ਜਾਣਿਆ ਹੈ ਉਹਨੇ ਪਹਿਲਾਂ ਇਹਨਾਂ ਹੇਠਲੀਆਂ ਪੰਕਤੀਆਂ ਤੋਂ ਹੀ ਆਪਣੀ ਗੱਲ ਸ਼ੁਰੂ ਕੀਤੀ। ਜਿਵੇਂ ਮੈਂ ਉਦਣ ਕਿਹਾ ਸੀ ਨਾ, ਵੀ ਬਾਬੇ ਨਾਨਕ ਨੇ ਪਹਿਲਾਂ ਕਿਹਾ ਹੈ ਕਿ ਕੂੜੈ ਟੁੱਟੈ ਪਾਲ। ਕੂੜ ਝੂਠ ਦੀ ਪਾਲ ਕਿਵੇਂ ਟੁੱਟੇ, ਸਚਿਆਰੇ ਕਿਵੇਂ ਹੋਈ। ਕੂੜ ਦੀ ਪਹਿਲਾਂ ਗੱਲ ਕੀਤੀ, ਝੂਠ ਦੀ ਕੰਧ। ਤੇ ਹੇਠਲੀਆਂ ਪੰਕਤੀਆਂ ਜਿਹੜੀਆਂ ਹਨ ਨਾ, ਉਹਨਾਂ ਤੋਂ ਯਾਤਰਾ ਸ਼ੁਰੂ ਹੁੰਦੀ ਹੈ। ਤੇ ਪਹਿਲਾਂ ਹੇਠਲੀਆਂ ਪੰਕਤੀਆਂ ਦੇ ਅਰਥ ਸਮਝਣੇ ਜ਼ਰੂਰੀ ਹਨ। ਅਗਰ ਤੁਹਾਨੂੰ ਹੇਠਲੀਆਂ ਪੰਕਤੀਆਂ ਦੇ ਅਰਥ, ਭਾਵ ਅਰਥ ਕਹਿ ਲਈਏ, ਸਮਝ ਵਿੱਚ ਆਉਣੇ ਸ਼ੁਰੂ ਹੋ ਗਏ ਨਾ, ਥੋੜ੍ਹੇ ਥੋੜ੍ਹੇ ਵੀ ਸਮਝ ਵਿੱਚ ਆਉਣੇ ਸ਼ੁਰੂ ਹੋ ਗਏ, ਤੇ ਉੱਪਰਲੀਆਂ ਪੰਕਤੀਆਂ ਦੇ ਆਪਣੇ ਆਪ ਹੀ ਤੁਹਾਡੇ ਅੰਦਰੋਂ ਪ੍ਰਤੱਖ ਹੋਣ ਲੱਗ ਜਾਣਗੇ ਅਰਥ। ਇੱਕ ਤੇ ਹੁੰਦੇ ਹਨ ਅਰਥ ਬੁੱਧੀ ਦੁਆਰਾ ਸਮਝੇ, ਇੱਕ ਅਰਥ ਹੁੰਦਾ ਹੈ ਜਾਣਿਆ ਹੋਇਆ। ਤੇ ਤੁਸੀਂ ਵੀ ਉੱਪਰਲੀਆਂ ਪੰਕਤੀਆਂ ਦੇ ਭਾਵ ਅਰਥ ਸਮਝਣ ਦੀ ਗੱਲ ਕੀਤੀ, ਬਿਲਕੁਲ ਵੈਸੇ ਹੀ ਜੈਸੇ ਤਕਰੀਬਨ ਸਾਰੇ ਹੀ ਧਾਰਮਿਕ ਲੋਕ ਸੋਚਦੇ ਆ। ਕਿਉਂਕਿ ਹੇਠਲੀਆਂ ਪੰਕਤੀਆਂ ਦੇ ਅਰਥ ਚੰਗੇ ਨਹੀਂ ਨਾ ਲੱਗਦੇ ਹਨ, ਤੇ ਕੋਈ ਗੱਲ ਵੀ ਨਹੀਂ ਕਰਦਾ ਹੈ ਬਹੁਤੀ। ਆ ਸਾਧੂ ਮਹਾਤਮਾ ਪ੍ਰਚਾਰਕ, ਇਹ ਜੋ ਹੇਠਲੀਆਂ ਪੰਕਤੀਆਂ ਹਨ ਬਾਬੇ ਨਾਨਕ ਦੀਆਂ, ਇਹਨਾਂ ਨੂੰ ਉਪਯੋਗ ਨਹੀਂ ਬਹੁਤਾ ਕਰਦੇ ਹਨ, ਉੱਪਰਲੀਆਂ ਨੂੰ ਜ਼ਿਆਦਾ ਕਰਦੇ ਹਨ। ਤੇ ਸ਼ੁਰੂਆਤ ਜਿਹੜੀ ਹੈ ਨਾ ਉਹ ਹੇਠਲੀਆਂ ਪੰਕਤੀਆਂ ਦੀ ਉਹ ਹੋਣੀ ਹੈ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਭਾਵ ਇਹ ਹੈ
ਵੀ ਅਗਰ ਤੁਹਾਨੂੰ ਸੰਸਾਰ ਝੂਠ ਦਿਖਣ ਲੱਗ ਗਿਆ ਤੇ ਤੁਹਾਨੂੰ ਜੋ ਉੱਪਰ ਕਿਹਾ ਹੈ ਨਾ, ਸੱਚੇ ਕੀ ਕੋਠੜੀ ਸੱਚੇ ਕਾ ਵਿਸ਼ਵਾਸ, ਉਹਦੀ ਪ੍ਰਤੀਤੀ ਹੋਣ ਲੱਗ ਜਾਵੇਗੀ। ਇਕੱਠਾ ਹੀ ਹੋਵੇਗਾ। ਖਿਆਲ ਵਿੱਚ ਲਓ ਤੁਸੀਂ, ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ। ਵੀ ਇਹ ਕੋਠੜੀ ਜੋ ਹੈ ਸੰਸਾਰ ਰੂਪੀ ਸਰੀਰ ਲੈ ਲਓ, ਇਹ ਵੀ ਉਹਦਾ ਹੀ ਹੈ, ਸਰੀਰ ਵੀ ਉਹਦਾ ਹੀ ਹੈ ਨਾ। ਤੇ ਸਰੀਰ ਦੇ ਵਿੱਚ ਜੋ ਵਾਸ ਹੈ, ਜਿਹਦੇ ਦੁਆਰਾ ਸਰੀਰ ਚੱਲ ਰਿਹਾ ਹੈ, ਉਹ ਵੀ ਉਹਦਾ ਹੀ ਹੈ। ਤੇ ਜਦੋਂ ਉਹਦਾ ਹੀ ਹੈ ਤੇ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ਼। ਜਦੋਂ ਸਭ ਕੁਛ ਹੀ ਉਹਦਾ ਹੈ ਤਾਂ ਉਹਦੇ ਦੁਆਰਾ ਹੀ ਚੱਲ ਰਿਹਾ ਹੈ। ਤੇ ਫਿਰ ਆ ਜਿਹੜੀ ਦੂਸਰੀ ਹੇਠਲੀ ਪੰਕਤੀ ਲਿਖੀ ਹੋਈ ਹੈ ਵੀ ਹੁਕਮੇ ਕਰੇ ਵਿਨਾਸ਼ ਇੱਕ ਨਾ ਹੁਕਮੇ ਸੰਭਾਲ। ਜਦੋਂ ਸਭ ਕੁਛ ਹੀ ਉਹਦੇ ਅੰਦਰ ਹੀ ਹੋ ਰਿਹਾ, ਉਹ ਹੀ ਕਰ ਰਿਹਾ ਹੈ, ਫਿਰ ਕਹਿਣਾ ਵੀ ਨਹੀਂ ਨਾ ਬਣਦਾ ਹੈ ਵੀ ਹੁਕਮੇ ਵਿਨਾਸ਼ ਕਰਦਾ ਤੇ ਹੁਕਮ ਦੇ ਅੰਦਰ ਹੀ ਉਹ ਸੰਭਾਲਦਾ ਹੈ, ਪੈਦਾ ਕਰਦਾ ਹੈ। ਪਰ ਜਿਨ੍ਹਾਂ ਨੂੰ ਸਮਝਾਇਆ ਜਾ ਰਿਹਾ ਹੈ ਉਹ ਦਵੈਤ ਦੇ ਵਿੱਚ ਖੜੇ ਹਨ। ਇਸ ਕਰਕੇ ਹੇਠਲੀ ਪੰਕਤੀ ਦਾ ਉਪਯੋਗ ਕੀਤਾ ਜਾਂਦਾ ਹੈ। ਤੇ ਹੈ ਤੇ ਉਹਦੇ ਵਿੱਚ ਹੀ ਸਭ ਕੁਛ। ਇਹ ਜੋ ਸੰਸਾਰ ਹੈ ਇਹ ਰਚਨਾ ਰਚੀ ਹੋਈ ਹੈ, ਉਹਦੇ ਵਿੱਚ ਹੀ ਰਚਨਾ ਰਚੀ ਹੋਈ ਹੈ। ਪਰ ਜੋ ਰਚਿਆ ਹੋਇਆ ਹੈ ਰਚਨਾ, ਇਹ ਵਾਸਤਵਿਕ ਨਹੀਂ ਹੈ। ਕਿਉਂਕਿ ਇਹ ਥਿਰ ਨਹੀਂ ਹੈ, ਇਹ ਮਿਟ ਰਹੀ ਹੈ ਤਾਂ ਉਹਦੇ ਵਿੱਚ ਹੀ, ਪਰ ਇਹ ਮਿਟ ਰਹੀ ਹੈ, ਥਿਰ ਨਹੀਂ ਹੈ। ਤੇ ਜਿਹੜਾ ਇਹਦੇ ਨਾਲ ਰਵੇਗਾ ਉਹ ਵੀ ਮਿਟਦਾ ਰਵੇਗਾ, ਕਿਉਂਕਿ ਥਿਰਤਾ ਹੋ ਨਹੀਂ ਸਕਦੀ। ਕਿਉਂਕਿ ਜਿਹੜੀ ਚੀਜ਼ ਦੇ ਨਾਲ ਤੁਸੀਂ ਜੁੜੇ ਹੋ ਸੰਸਾਰ ਦੇ, ਉਹ ਸੰਸਾਰ ਹੀ ਥਿਰ ਨਹੀਂ। ਚੱਕਰ ਚੱਕ ਫੁਰੇ ਪ੍ਰਤੀਨ, ਉਹ ਤਾਂ ਲਗਾਤਾਰ ਸਭ ਕੁਛ ਘੁੰਮ ਰਿਹਾ ਹੈ, ਚੱਲ ਰਿਹਾ ਹੈ, ਮਿਟ ਰਿਹਾ ਹੈ ਹਰ ਵਕਤ। ਪਰ ਹੈ ਉਹਦੇ ਵਿੱਚ ਹੀ। ਜਿਵੇਂ ਤੁਸੀਂ ਰਾਤ ਨੂੰ ਸੁਪਨਾ ਦੇਖਦੇ ਹੋ, ਹੁਣ ਦੇਖਣ ਵਾਲਾ ਤਾਂ ਭਾਵੇਂ ਤੁਸੀਂ ਹੋ, ਤੇ ਸੁਪਨਾ ਤੇ ਝੂਠ ਹੀ ਹੈ ਨਾ। ਸੁਪਨਾ ਵਾਸਤਵਿਕ ਨਹੀਂ ਹੈ। ਇੱਦਾਂ ਹੀ ਇਹ ਸੰਸਾਰ ਪਰਮਾਤਮਾ ਦਾ ਸੁਪਨਾ ਲੈ ਲਓ। ਤੇ ਜੋ ਸੁਪਨਾ ਹੈ ਇਹ ਵਾਸਤਵਿਕ ਨਹੀਂ ਹੈ, ਪਰ ਚੱਲ ਤੇ ਸੱਤ ਵਿੱਚ ਹੀ ਰਿਹਾ ਹੈ ਨਾ। ਤੇ ਜਾਗਰਤ ਪੁਰਸ਼ ਇਹ ਕਹਿੰਦੇ ਹਨ ਵੀ ਤੁਸੀਂ ਜਾਗ ਜਾਓ, ਸੁਪਨੇ ਨੂੰ ਸੁਪਨੇ ਦੀ ਤਰ੍ਹਾਂ ਦੇਖ ਲਓ ਪਹਿਲਾਂ, ਤਾਂ ਹੀ ਜਾਗੋਗੇ ਨਾ। ਝੂਠ ਨੂੰ ਝੂਠ ਦੀ ਤਰ੍ਹਾਂ, ਸੁਪਨਾ ਝੂਠ ਹੈ, ਤੁਸੀਂ ਸੁਪਨਾ ਦੇਖ ਰਹੇ ਹੋ, ਵਿਚਾਰ ਕਰ ਰਹੇ ਹੋ ਜਿਹਦਾ ਉਹ ਝੂਠ ਹੈ, ਉਹਨੂੰ ਦੇਖ ਲਓ ਤਾਂ ਤੁਸੀਂ ਜਾਗ ਜਾਓਗੇ। ਜਦੋਂ ਤੁਸੀਂ ਜਾਗ ਜਾਓਗੇ ਫਿਰ ਤੁਹਾਨੂੰ ਸਪਸ਼ਟ ਦਿਖਾਈ ਦੇਵੇਗਾ ਜੋ ਕਿਹਾ ਗਿਆ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਉੱਦਾਂ ਵੀ ਆਦਮੀ ਦੁਹਰਾ ਸਕਦਾ ਹੈ ਪੰਕਤੀਆਂ, ਕਹਿ ਵੀ ਸਕਦਾ ਹੈ ਮੈਨੂੰ ਗੋਬਿੰਦ ਦਿਖ ਰਿਹਾ ਹੈ, ਪਰ ਉਹਨਾਂ ਚਿਰ ਨਹੀਂ ਦਿਖੇਗਾ ਜਿੰਨਾ ਚਿਰ ਆਦਮੀ ਸੁਪਨੇ 'ਚ ਹੈ, ਵਿਚਾਰਾਂ 'ਚ ਹੈ, ਕਹਿ ਲਓ, ਸੋਚ ਰਿਹਾ ਹੈ। ਕਿਉਂਕਿ ਸੋਚ ਵਿਚਾਰ ਸੰਸਾਰ ਨਾਲ ਜੋੜਦੀ ਹੈ। ਜਿਵੇਂ ਸੁਪਨਾ ਹੈ ਨੀਂਦ ਦੇ ਨਾਲ ਜੁੜਿਆ ਹੋਇਆ ਹੈ, ਜਦੋਂ ਨੀਂਦ ਆ ਗਈ ਉਦੋਂ ਸੁਪਨਾ ਸ਼ੁਰੂ, ਨੀਂਦ ਦੇ ਨਾਲ ਜੁੜਿਆ ਹੈ ਨਾ। ਇੱਦਾਂ ਹੀ ਇਹ ਦਿਨ ਦਾ ਸੁਪਨਾ ਹੈ, ਜੈਸੇ ਸੁਪਨਾ ਰਹਿਣ ਕਾ,
ਤੈਸਾ ਹੈ ਸੰਸਾਰ। ਸੰਸਾਰ ਦਾ ਵਿਚਾਰ ਵੀ ਸੁਪਨਾ ਹੀ, ਵੈਸਾ ਹੀ ਦੇਖ ਰਿਹਾ ਬੰਦਾ। ਤੇ ਜਾਗਰਤ ਪੁਰਸ਼ ਕਹਿੰਦੇ ਹਨ ਵੀ ਤੁਸੀਂ ਸੁਪਨੇ ਨੂੰ ਪਹਿਲਾਂ ਸੁਪਨੇ ਦੀ ਤਰ੍ਹਾਂ ਦੇਖ ਲਓ। ਅਗਰ ਤੁਸੀਂ ਸੁਪਨੇ ਦੇ ਵਿੱਚ ਵੀ ਕਹਿਣਾ ਸ਼ੁਰੂ ਕਰ ਦਿਓ ਵੀ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਤੇ ਕਈ ਕੋਸ਼ਿਸ਼ ਵੀ ਕਰਦੇ ਹਨ ਦੇਖਣ ਦੀ ਸੱਚ ਨੂੰ, ਵੀ ਸੱਚ ਨੂੰ ਦੇਖੋ, ਪਰਮਾਤਮਾ ਨੂੰ ਦੇਖੋ। ਕਹਿੰਦੇ ਵੀ ਹਨ ਸਾਰਿਆਂ ਦੇ ਵਿੱਚ ਦੇਖੋ ਪਰਮਾਤਮਾ, ਪਰ ਕੋਸ਼ਿਸ਼ ਦੁਆਰਾ ਵਾਸਤਵਿਕ ਨਹੀਂ ਹੋਵੇਗਾ। ਕੋਈ ਇੱਕ ਵਿਚਾਰ ਹੋਵੇਗਾ ਪਰਮਾਤਮਾ, ਵਿਚਾਰ ਦੁਆਰਾ ਪਰਮਾਤਮਾ ਥੋੜ੍ਹੀ ਨਜ਼ਰ ਆਉਂਦਾ। ਵੀ ਸੋਚ ਕੇ ਪਰਮਾਤਮਾ ਨੂੰ ਦੇਖ ਲਓ ਤੁਸੀਂ। ਪਰਮਾਤਮਾ ਸੋਚ ਦਾ ਹਿੱਸਾ ਥੋੜ੍ਹੀ ਹੈ। ਇਸੇ ਕਾਰਨ ਹੀ ਤੇ ਕਿਹਾ ਗਿਆ ਹੈ ਅਗਮ ਅਗੋਚਰ ਹੈ, ਭਾਵ ਕਿ ਇੰਦਰੀਆਂ ਦਾ ਹਿੱਸਾ ਨਹੀਂ ਬਣਦਾ ਹੈ, ਵਿਚਾਰ ਦਾ ਹਿੱਸਾ ਪਰਮਾਤਮਾ ਨਹੀਂ ਬਣਦਾ। ਪਰਮਾਤਮਾ ਨੂੰ ਵਿਚਾਰ ਕਰਕੇ ਨਹੀਂ ਕੋਈ ਦੇਖ ਸਕਦਾ, ਸੋਚ ਕੇ। ਭੂਤ ਪ੍ਰੇਤ ਵੀ ਸੋਚ ਕੇ ਦੇਖੇ ਜਾ ਸਕਦੇ ਹਨ। ਬਹੁਤ ਸਾਰੀਆਂ ਅਦ੍ਰਿਸ਼ਟ ਚੀਜ਼ਾਂ ਵੀ ਲੋਕ ਸੋਚ ਕੇ ਦੇਖ ਲੈਂਦੇ ਹਨ, ਫਿਰ ਵੀ ਉਹ ਹੁੰਦੀਆਂ ਹਨ। ਜਿਵੇਂ ਰਾਤ ਦਾ ਸੁਪਨਾ ਹੈ, ਸੋਚ ਕੇ ਆਦਮੀ ਦੇਖਦਾ, ਵਿਚਾਰ ਕੇ ਦੇਖਦਾ ਹੈ ਤੇ ਨਹੀਂ, ਫਿਰ ਵੀ ਦੇਖਦਾ ਹੈ ਨਾ। ਇੱਦਾਂ ਹੀ ਬਹੁਤ ਸਾਰੇ ਕਾਲਪਨਿਕ ਲੋਕ ਕਲਪਨਾ ਕਰਦੇ ਹਨ, ਸਵਰਗ ਨਰਕ ਵੀ ਦੇਖ ਲੈਂਦੇ ਹਨ, ਕਈ ਮੋਕਸ਼ ਵੀ ਦੇਖੀ ਫਿਰਦੇ ਹਨ। ਤੇ ਸੋਚ ਕੇ ਬਹੁਤ ਕੁਛ ਦੇਖਿਆ ਜਾ ਸਕਦਾ ਹੈ, ਪਰ ਦੇਖਣ ਵਾਲੇ ਨੂੰ ਨਹੀਂ ਦੇਖਿਆ ਜਾ ਸਕਦਾ ਸੋਚ ਕੇ, ਕਿਉਂਕਿ ਉਹ ਸੋਚ ਤੋਂ ਪਿੱਛੇ ਹੈ, ਉਹ ਸੋਚ ਦਾ ਹਿੱਸਾ ਨਹੀਂ ਬਣਦਾ ਹੈ। ਖਿਆਲ ਵਿੱਚ ਲਿਓ, ਨਾ ਉਹ ਬੁੱਧੀ ਦਾ ਹਿੱਸਾ ਬਣਦਾ ਹੈ, ਨਾ ਸਮਝ ਦਾ ਹਿੱਸਾ ਬਣਦਾ, ਉਹ ਪਿੱਛੇ ਹੈ। ਤੇ ਜਿਹੜਾ ਪਿੱਛੇ ਹੈ ਨਾ, ਉਹਨੂੰ ਤੁਸੀਂ ਸੋਚ ਕੇ ਨਹੀਂ ਦੇਖ ਸਕਦੇ। ਜੋ ਅੱਗੇ ਹੈ ਉਹਨੂੰ ਤੁਸੀਂ ਦੇਖ ਕੇ ਸੋਚ ਸਕਦੇ ਹੋ, ਸੋਚ ਕੇ ਦੇਖ ਸਕਦੇ ਹੋ। ਜਿਹੜਾ ਪਿੱਛੇ ਹੈ ਉਹਨੂੰ ਸੋਚੋਗੇ ਕਿਵੇਂ? ਤੇ ਇਸ ਕਾਰਨ ਇਹ ਜੋ ਪਿੱਛੇ ਹੈ ਨਾ, ਇਹਨੂੰ ਦੇਖਿਆ ਨਹੀਂ ਜਾ ਸਕਦਾ। ਸੋਚ ਕੇ, ਤੇ ਸੋਚ ਵਿਚਾਰ ਸੰਸਾਰ ਨਾਲ ਜੋੜਦੇ ਬਾਹਰ। ਇਸ ਕਰਕੇ ਜਿੰਨਾ ਚਿਰ ਆਦਮੀ ਸੋਚ ਰਿਹਾ ਹੈ ਉਹਨਾਂ ਚਿਰ ਸੰਸਾਰ ਨਾਲ ਜੁੜਿਆ ਹੋਇਆ, ਕੂੜ ਨਾਲ ਜੁੜਿਆ ਹੋਇਆ। ਤੇ ਇਸ ਕਾਰਨ ਕੂੜ ਵੱਲੋਂ ਚਿਤਾਰਿਆ ਜਾਂਦਾ ਵੀ ਤੁਸੀਂ ਜੋ ਦੇਖ ਰਹੇ ਹੋ ਇਹ ਵਾਸਤਵਿਕ ਨਹੀਂ ਹੈ, ਇਹ ਤੁਹਾਡਾ ਸੁਪਨਾ ਹੈ, ਤੁਹਾਡਾ ਖਿਆਲ ਹੈ, ਖਿਆਲ ਕਰਕੇ ਤੁਸੀਂ ਦੇਖ ਰਹੇ ਹੋ। ਇਸੇ ਕਰਕੇ ਆਪਣੇ ਪਰਾਏ ਨੂੰ ਤੁਸੀਂ ਦੇਖਦੇ ਹੋ, ਸੋਚਦੇ ਹੋ ਤਾਂ ਹੀ ਦੇਖਦੇ ਹੋ ਨਾ, ਵੀ ਆਹ ਆਪਣਾ ਹੈ, ਇਹ ਪਰਾਇਆ ਹੈ, ਇਹ ਚੰਗਾ ਹੈ, ਇਹ ਮਾੜਾ ਹੈ, ਇਹ ਹਿੰਦੂ ਹੈ, ਇਹ ਸਿੱਖ ਹੈ, ਧਾਰਮਿਕ ਹੈ, ਅਧਾਰਮਿਕ। ਸੋਚ ਕੇ ਦੇਖਦੇ ਹੋ ਨਾ। ਤੇ ਤੁਸੀਂ ਜੋ ਬਾਹਰ ਦੇਖਦੇ ਹੋ ਨਾ ਸੋਚ ਕੇ, ਉਹ ਤੁਹਾਡੇ ਵਿਚਾਰ ਦਾ ਹਿੱਸਾ ਹੈ, ਉਹ ਵਾਸਤਵਿਕ ਨਹੀਂ ਹੈ, ਉਹ ਸੁਪਨਾ ਹੈ, ਉਹ ਖਿਆਲ ਹੈ। ਤੇ ਜੋ ਵਾਸਤਵਿਕ ਹੈ ਉਹਨੂੰ ਸੋਚ ਕੇ ਨਹੀਂ ਦੇਖਿਆ ਜਾ ਸਕਦਾ, ਉਹ ਸੋਚ ਦਾ ਹਿੱਸਾ ਨਹੀਂ ਆਉਂਦਾ, ਬਣਦਾ। ਤੇ ਇਸ ਕਾਰਨ ਕਿਹਾ ਜਾਂਦਾ ਹੈ ਤੇ ਸਾਰਾ ਕੁਛ ਪਰਮਾਤਮਾ ਦੇ ਵਿੱਚ ਹੀ। ਕੋਠੜੀ ਵੀ ਉਹਦੇ ਹੀ ਹੈ, ਉਹ ਵਿੱਚ ਕੋਠੜੀ 'ਤੇ ਬੈਠਾ ਹੋਇਆ ਹੈ, ਤੁਹਾਡੇ ਅੰਦਰ ਵੀ ਉਹ ਹੀ, ਸਰੀਰ ਵੀ ਉਹਦਾ ਨਿਰਮਿਤ ਕੀਤਾ ਹੋਇਆ, ਸਭ ਕੁਛ ਚਲਾ ਵੀ ਉਹ ਹੋ ਰਿਹਾ। ਪਰ ਐਸਾ ਸੋਚਣ ਦੇ ਨਾਲ ਤੁਸੀਂ ਉਹਦੇ ਨਾਲ ਜੁੜ ਨਹੀਂ ਜਾਓਗੇ। ਖਿਆਲ ਵਿੱਚ ਰੱਖੋ, ਇਹ ਤਾਂ ਬਹੁਤ ਵਾਰਾਂ ਕਿਹਾ ਗਿਆ, ਸੋਚ ਵਿਚਾਰ ਛੱਡਣੀ ਪੈਂਦੀ। ਅਤੇ ਸੋਚ ਵਿਚਾਰ ਜਿਹੜੀ ਹੈ ਨਾ ਉਹ ਬਾਹਰ ਲੈ ਕੇ ਜਾਂਦੀ। ਅਤੇ ਸੋਚ ਵਿਚਾਰ ਜਿਹੜੀ ਹੈ ਉਹੀ ਸੁਪਨਾ ਹੈ। ਅਤੇ ਰਾਤ ਨੂੰ ਆਦਮੀ ਦੇਖਦਾ ਹੈ ਸੁਪਨਾ, ਉਦੋਂ ਤਸਵੀਰਾਂ ਦਿਖਦੀਆਂ, ਉਹ ਵਿਚਾਰਾਂ ਦੀਆਂ ਤਸਵੀਰਾਂ ਬਣ ਜਾਂਦੀਆਂ। ਦਿਨੇ ਵਿਚਾਰ ਕਰਦਾ, ਇਸ ਕਰਕੇ ਦਿਨ ਦੇ ਵਿਚਾਰ ਹੀ ਰਾਤ ਨੂੰ ਸੁਪਨਾ ਬਣ ਜਾਂਦੇ। ਅਤੇ ਸੁਪਨਾ ਜਿਹੜਾ ਹੈ ਦੇਖਣ ਵਾਲਾ ਭਾਵੇਂ ਸੱਚ ਹੈ, ਦੇਖਣ ਵਾਲਾ ਤਾਂ ਦੇਖ ਰਿਹਾ ਹੈ ਪਿੱਛੇ।
ਹੁਣ ਸੁਪਨੇ ਤੋਂ ਜਿਹੜਾ ਪ੍ਰਭਾਵਿਤ ਹੋ ਜਾਵੇ ਉਹ ਵੀ ਸੱਚ ਨਹੀਂ ਹੁੰਦਾ। ਜਿਵੇਂ ਰਾਤ ਨੂੰ ਕੋਈ ਸੁਪਨਾ ਦੇਖ ਰਹੇ ਹੋ ਤੁਸੀਂ, ਅਗਰ ਤੁਸੀਂ ਸੁਪਨੇ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਹੋ, ਦੁਖੀ ਹੋ ਗਏ, ਸੁਖੀ ਹੋ ਗਏ, ਡਰ ਗਏ, ਭੈਭੀਤ ਹੋ ਜਾਂਦੇ ਨਾ ਕਈ ਵਾਰ, ਤਾਂ ਉਹ ਵੀ ਵਾਸਤਵਿਕ ਨਹੀਂ ਹੈ। ਉਹਦੇ ਪਿੱਛੇ ਹੈ ਜੋ ਵਾਸਤਵਿਕ, ਜੋ ਸਿਰਫ ਦੇਖ ਰਿਹਾ ਹੈ ਸੁਪਨੇ ਨੂੰ ਵੀ ਅਤੇ ਡਰਨ ਵਾਲੇ ਨੂੰ ਵੀ। ਜਿਸ ਕਰਕੇ ਸੰਸਾਰ ਤੋਂ ਜਿਹੜਾ ਪ੍ਰਭਾਵਿਤ ਹੋ ਰਿਹਾ ਹੈ ਉਹ ਵੀ ਵਾਸਤਵਿਕ ਨਹੀਂ, ਉਹ ਵੀ ਸੰਸਾਰ ਦਾ ਹਿੱਸਾ ਹੈ। ਕੋਈ ਕ੍ਰੋਧਿਤ ਹੋ ਜਾਂਦਾ ਹੈ ਤੇ ਇਸੇ ਕਾਰਨ ਕਿਹਾ ਹੈ ਨਾ, ਕ੍ਰੋਧ ਸੰਸਾਰ ਦਾ ਹਿੱਸਾ ਹੈ। ਕਿਉਂਕਿ ਬਾਹਰੋਂ ਪ੍ਰਭਾਵਿਤ ਹੋ ਗਿਆ ਨਾ, ਬਾਹਰੋਂ ਦੇਖ ਕੇ ਲੋਭ ਦੇ ਵਿੱਚ ਭਰ ਗਿਆ, ਵਾਸ਼ਨਾ ਦੇ ਵਿੱਚ ਭਰ ਗਿਆ ਸੰਸਾਰ, तो भी संसार का हिस्सा ही है, प्रभावित हो गया। तो जो अप्रभावित है वो पिछे है। प्रभाव तो रहत निर्लेप कह लो, निरालम क्या है ना, जैसे जल में कमल निरालम मिर्गाए निशान निर्लेप। तो निर्लेप जिहड़ा हो जाता है, जिहड़ा देख लैंदा है अलहदा, तो निर्लेप होना है पहला। भाव कि सपने तो रहत होना है, विचार तो रहत होना है। तो विचार तो रहत होने वास्ते किया जाता है कि जो तुसीं देख रहे हो ये झूठ है, पहला ये जानो। अगर तुसीं झूठ नूं झूठ की तरह जान लोगे, सपने नूं सपने की तरह जान लवोगे ना, फिर तुसीं जागण वाल नूं आ जाओगे। जदों तुसीं जाग जाओगे ना, उदों तुसीं देख लओगे यह जग सच्चे की है, कोठड़ी सच्चे का विश्वास।